संत मरकुस दी अंजील अध्याय 1। यूहन्ना बपतिस्मा देण वाले दी मुनादी। खुदा दे बेटे यीशु मसीह दी अंजील दा आरंभ। जिस तरह यशाया नबी दे ग्रंथ विच लिखिया है, देख मैं अपने दूत नूं तेरे अगे अगे घल रहा हाँ, जो तेरा राह तैयार करेगा। सुनसान थां विच होका देण वाले दी आवाज़, प्रभु दे मार्ग तैयार करो, उसदे राहां नूं सिद्धे करो। यूहन्ना बपतिस्मा देण वाला सुनसान थां विच पापां दी माफ़ी लई पछतावे दा ऐलान करदियां बपतिस्मा दिंदे होए प्रगट होया। तां यहूदिया दे सारे दिहाती इलाके दे निवासी अते यरूशलेम दे सारे लोग बाहर निकल के उस कोल सन अते आपो अपने पापां नूं स्वीकार करदियां उस कोलों यरदन नदी विच बपतिस्मा पाउंदे सन। यूहन्ना ऊंट दे वालां दा वस्त्र पाउंदा सी अते उसदी कमर दुआले चमड़े दी पेटी कसी हुंदी सी अते ओह टिड्डियां अते जंगली शहद खांदा सी। उसने ऐलान कीता, एक जो मेरे नालों वध शक्तिशाली है मेरे बाद आ रहा है, मैं तां न्यों कि उसदी जुत्ती दे फीते खोलण दे भी योग नहीं हाँ। मैं तां तुहानू पानी नाल बपतिस्मा दिंदा हाँ, पर ओ तुहानू रूह पाक नाल बपतिस्मा देवेगा। यीशु दा बपतिस्मा लैना। ओने दिनी यीशु गलील दे नासरत तो आया अते उसने यरदन नदी विच यूहन्ना कोलों बपतिस्मा लिया। जदों ओह पानी विचों बाहर निकल रहा सी तां उसने तुरंत आसमान नूं खुल दे अते रूपाक नूं कबूतर दे सरूप विच अपने उत्ते उतरदे वेख्या अते स्वर्ग तो एक आवाज़ आई, तू मेरा प्यारा पुत्र है, मैं तेरे उत्ते बहुत खुश हाँ। यीशु दा परख्या जाना। रूपाक यीशु नूं तुरंत बाहर उजाड़ बियाबान विच लै गया। ओह उजाड़ बियाबान विच 40 दिन रहा। उत्थे शैतान उसनूं परताउंदा रहा। ਉਹ ਜੰਗਲੀ ਜਾਨਵਰਾਂ ਨਾਲ ਰਹਿੰਦਾ ਸੀ ਅਤੇ ਫਰਿਸ਼ਤੇ ਉਸ ਦੀ ਟਹਿਲ ਸੇਵਾ ਕਰਦੇ ਸਨ। ਗਲੀਲ ਵਿੱਚ ਸੇਵਕਾਈ ਦੀ ਸ਼ੁਰੂਆਤ। ਫਿਰ यूहन्ना ਦੇ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਯੀਸ਼ੂ ਗਲੀਲ ਵਿੱਚ ਆਇਆ ਅਤੇ ਇਹ ਕਹਿੰਦੇ ਹੋਏ ਖੁਦਾ ਦੀ ਖੁਸ਼ਖਬਰੀ ਦਾ ਐਲਾਨ ਕਰਨ ਲੱਗਾ, ਸਮਾਂ ਪੂਰਾ ਹੋ ਗਿਆ ਹੈ ਅਤੇ ਖੁਦਾ ਦਾ ਰਾਜ ਨੇੜੇ ਆ ਗਿਆ ਹੈ। ਪਛਤਾਵਾ ਕਰੋ ਅਤੇ ਖੁਸ਼ਖਬਰੀ ਉੱਤੇ ਈਮਾਨ ਲਿਆਵੋ। ਯੀਸ਼ੂ ਦਾ ਆਪਣੇ ਪਹਿਲੇ ਚੇਲਿਆਂ ਨੂੰ ਸੱਦਾ। ਗਲੀਲ ਦੇ ਸਮੁੰਦਰ ਦੇ ਕੰਢੇ ਉੱਤੇ ਚੱਲਦੇ ਚੱਲਦੇ ਯੀਸ਼ੂ ਨੇ ਸ਼ਮਾਉਨ ਅਤੇ ਉਸਦੇ ਭਰਾ ਅੰਦਰਿਆਸ ਨੂੰ ਸਮੁੰਦਰ ਵਿੱਚ ਜਾਲ ਲਾਉਂਦੇ ਵੇਖਿਆ, ਕਿਉਂਕਿ ਉਹ ਮਛਿਆਰੇ ਸਨ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਮੇਰੇ ਪਿੱਛੇ ਚੱਲੋ ਅਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛਿਆਰੇ ਬਣਾਵਾਂਗਾ। ਉਹ ਤੁਰੰਤ ਆਪਣੇ ਜਾਲ ਛੱਡ ਕੇ ਉਸਦੇ ਪਿੱਛੇ ਤੁਰ ਪਏ। ਉਹ ਥੋੜਾ ਹੀ ਅੱਗੇ ਵਧਿਆ ਤਾਂ ਉਸਨੇ ਜਬਦੀ ਦੇ ਪੁੱਤਰ ਯਾਕੂਬ ਅਤੇ ਉਸਦੇ ਭਰਾ यूहन्ना ਨੂੰ ਵੇਖਿਆ, ਜੋ ਕਿਸ਼ਤੀ ਵਿੱਚ
ਆਪਣੇ ਜਾਲਾਂ ਦੀ ਮੁਰੰਮਤ ਕਰ ਰਹੇ ਸਨ। ਤੁਰੰਤ ਉਸਨੇ ਉਹਨਾਂ ਨੂੰ ਸੱਦਿਆ ਅਤੇ ਉਹ ਆਪਣੇ ਪਿਤਾ ਜਬਦੀ ਨੂੰ ਕਿਸ਼ਤੀ ਵਿੱਚ ਭਾੜੇ ਤੇ ਰੱਖੇ ਨੌਕਰਾਂ ਨਾਲ ਛੱਡ ਕੇ ਉਸਦੇ ਪਿੱਛੇ ਚੱਲ ਪਏ। ਬਦਰੂ ਚੰਬੜਿਆ ਆਦਮੀ। ਉਹ ਕਫਰਨਾਉਮ ਗਏ। ਜਦ ਸਬਤ ਦਾ ਦਿਨ ਆਇਆ ਤਾਂ ਉਹ ਸਿਨਾਗੋਗ ਵਿੱਚ ਗਿਆ ਅਤੇ ਸਿੱਖਿਆ ਦੇਣ ਲੱਗਾ। ਲੋਕ ਉਸ ਦੀ ਸਿੱਖਿਆ ਉੱਤੇ ਦੰਗ ਰਹਿ ਗਏ, ਕਿਉਂਕਿ ਉਹ ਉਹਨਾਂ ਨੂੰ ਇੱਕ ਅਧਿਕਾਰ ਵਾਲੇ ਵਾਂਗ ਸਿੱਖਿਆ ਦਿੰਦਾ ਸੀ ਅਤੇ ਧਰਮ ਗ੍ਰੰਥੀਆਂ ਵਾਂਗ ਨਹੀਂ। ਠੀਕ ਉਸੇ ਸਮੇਂ ਉੱਥੇ ਉਹਨਾਂ ਦੇ ਸਿਨਾਗੋਗ ਵਿੱਚ ਇੱਕ ਆਦਮੀ ਸੀ ਜਿਸ ਨੂੰ ਬਦਰੂ ਚੰਬੜੀ ਹੋਈ ਸੀ। ਉਸਨੇ ਪੁਕਾਰ ਕੇ ਕਿਹਾ, ਐ ਯੀਸ਼ੂ ਨਾਸਰੀ, ਤੁਹਾਡਾ ਸਾਡੇ ਨਾਲ ਕੀ ਵਾਸਤਾ? ਕੀ ਤੁਸੀਂ ਸਾਡਾ ਨਾਸ਼ ਕਰਨ ਲਈ ਆਏ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ, ਖੁਦਾ ਦੇ ਪਵਿੱਤਰ ਪੁਰਖ। ਪਰ ਯੀਸ਼ੂ ਨੇ ਇਹ ਆਖਦੇ ਹੋਏ ਉਸਨੂੰ ਡਾਂਟਿਆ, ਚੁੱਪ ਰਹਿ ਅਤੇ ਉਸਦੇ ਵਿੱਚੋਂ ਬਾਹਰ ਆ ਜਾ। ਬਦਰੂ ਉਸ ਆਦਮੀ ਨੂੰ ਝੰਜੋੜ ਮਰੋੜ ਕੇ ਉੱਚੀ ਆਵਾਜ਼ ਨਾਲ ਚੀਕ ਮਾਰਦੀ ਹੋਈ ਉਸ ਵਿੱਚੋਂ ਨਿਕਲ ਗਈ। ਸਭ ਲੋਕ ਹੱਕੇ ਬੱਕੇ ਰਹਿ ਗਏ ਅਤੇ ਉਹ ਆਪੋ ਵਿੱਚ ਪੁੱਛਦੇ ਰਹੇ, ਇਹ ਕੀ ਹੈ? ਇੱਕ ਨਵੀਂ ਸਿੱਖਿਆ। ਪੂਰੇ ਅਧਿਕਾਰ ਨਾਲ ਉਹ ਬਦਰੂਹਾਂ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਇਸ ਦੀ ਮੰਨਦੀਆਂ ਹਨ। ਅਤੇ ਉਸ ਦੀ ਚਰਚਾ ਇੱਕਦਮ ਗਲੀਲ ਦੇ ਆਲੇ ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਫੈਲ ਗਈ। ਯੀਸ਼ੂ ਸ਼ਮਾਉਨ ਦੀ ਸੱਸ ਨੂੰ ਚੰਗਾ ਕਰਦਾ ਹੈ। ਉਹ ਸਿਨਾਗੋਗ ਵਿੱਚੋਂ ਨਿਕਲਦੇ ਹੀ ਛੇਤੀ ਨਾਲ ਯਾਕੂਬ ਅਤੇ ਯਹੂਨਾ ਸਣੇ ਸ਼ਮਾਉਨ ਅਤੇ ਅੰਦਰਿਆਸ ਦੇ ਘਰ ਗਿਆ। ਸ਼ਮਾਉਨ ਦੀ ਸੱਸ ਬੁਖਾਰ ਨਾਲ ਬਿਸਤਰੇ ਤੇ ਪਈ ਹੋਈ ਸੀ ਅਤੇ ਉਹਨਾਂ ਯੀਸ਼ੂ ਨੂੰ ਤੁਰੰਤ ਉਸ ਬਾਰੇ ਦੱਸਿਆ। ਯੀਸ਼ੂ ਉਸ ਦੇ ਕੋਲ ਆਇਆ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਉਠਾ ਲਿਆ ਅਤੇ ਉਸ ਦਾ ਬੁਖਾਰ ਉਤਰ ਗਿਆ ਅਤੇ ਉਹ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗ ਪਈ। ਯੀਸ਼ੂ ਸ਼ਮਾਉਨ ਦੇ ਘਰ ਬਹੁਤਿਆਂ ਨੂੰ ਚੰਗਾ ਕਰਦਾ ਹੈ। ਉਸ ਦਿਨ ਸ਼ਾਮ ਵੇਲੇ ਸੂਰਜ ਡੁੱਬਣ ਉੱਤੇ ਲੋਕ ਉਹਨਾਂ ਸਾਰਿਆਂ ਨੂੰ ਉਸ ਦੇ ਕੋਲ ਲੈ ਆਏ ਜੋ ਬਿਮਾਰ ਸਨ ਅਤੇ ਜਿਨ੍ਹਾਂ ਬਦਰੂਹਾਂ ਚੰਬੜੀਆਂ ਹੋਈਆਂ ਸਨ। ਸਾਰਾ ਸ਼ਹਿਰ ਬੂਹੇ ਅੱਗੇ ਇਕੱਠਾ ਹੋ ਗਿਆ। ਉਸਨੇ ਬਹੁਤਿਆਂ ਨੂੰ ਜਿਹੜੇ ਕਈ ਕਿਸਮ ਦੀਆਂ ਬਿਮਾਰੀਆਂ ਨਾਲ ਦੁਖੀ ਸਨ ਚੰਗਾ ਕੀਤਾ ਅਤੇ ਬਹੁਤ ਸਾਰੀਆਂ ਬਦਰੂਹਾਂ ਨੂੰ ਬਾਹਰ ਕੱਢਿਆ। ਉਸਨੇ ਬਦਰੂਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਉਸ ਨੂੰ ਜਾਣਦੀਆਂ ਹਨ। ਗਲੀਲ ਵਿੱਚ ਪ੍ਰਚਾਰ ਦਾ ਦੌਰ। ਸਵੇਰੇ ਦਿਨ ਚੜ੍ਹਨ ਤੋਂ ਬਹੁਤ ਪਹਿਲਾਂ ਹੀ ਉਹ ਉੱਠ ਕੇ ਸੁਨਸਾਨ ਥਾਂ ਵਿੱਚ ਚਲਾ ਗਿਆ ਅਤੇ ਉੱਥੇ ਉਸਨੇ ਪ੍ਰਾਰਥਨਾ ਕੀਤੀ। ਸ਼ਮਾਉਨ ਅਤੇ ਉਹ ਜਿਹੜੇ ਉਸਦੇ ਨਾਲ ਸਨ ਉਸਦੇ ਪਿੱਛੇ ਨਿਕਲ ਤੁਰੇ ਅਤੇ ਜਦ ਉਹਨਾਂ ਨੇ ਉਸਨੂੰ ਲੱਭ ਲਿਆ ਤਾਂ ਕਿ ਸਾਰੇ ਲੋਕੀ ਤੁਹਾਨੂੰ ਲੱਭ ਰਹੇ ਹਨ, ਉੱਤਰ ਵਿੱਚ ਯੀਸ਼ੂ ਨੇ ਉਹਨਾਂ ਨੂੰ ਕਿਹਾ, ਅਸੀਂ ਹੋਰ ਦੂਜੇ ਲਾਗਲੇ ਸ਼ਹਿਰਾਂ ਨੂੰ ਚੱਲੀਏ ਤਾਂ ਜੋ ਮੈਂ ਉੱਥੇ ਵੀ ਪ੍ਰਚਾਰ ਕਰਾਂ, ਕਿਉਂਕਿ ਇਸੇ ਮਕਸਦ ਨਾਲ ਮੈਂ ਆਇਆ ਸਾਂ। ਫਿਰ ਉਹ ਉਹਨਾਂ ਦੇ ਸਿਨਾਗੋਗਾਂ ਵਿੱਚ ਪ੍ਰਚਾਰ ਕਰਦਾ ਅਤੇ ਬਦਰੂਹਾਂ ਨੂੰ ਕੱਢਦਾ ਹੋਇਆ ਸਾਰੇ ਗਲੀਲ ਵਿੱਚ ਗਿਆ। ਯੀਸ਼ੂ ਇੱਕ ਕੋੜੀ ਨੂੰ ਸ਼ੁੱਧ ਕਰਦਾ ਹੈ।
ਇੱਕ ਕੋੜੀ ਬੇਨਤੀ ਕਰਦੇ ਹੋਏ ਯੀਸ਼ੂ ਕੋਲ ਆਇਆ ਅਤੇ ਗੋਡੇ ਟੇਕ ਕੇ ਉਸ ਨੂੰ ਕਿਹਾ, ਜੇਕਰ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ। ਉਸ ਉੱਤੇ ਤਰਸ ਖਾ ਕੇ ਯੀਸ਼ੂ ਨੇ ਆਪਣਾ ਹੱਥ ਅੱਗੇ ਵਧਾਇਆ ਅਤੇ ਉਸ ਨੂੰ ਛੂਹਿਆ ਅਤੇ ਕਿਹਾ, ਮੈਂ ਚਾਹੁੰਦਾ ਹਾਂ, ਸ਼ੁੱਧ ਹੋ ਜਾ। ਤੁਰੰਤ ਉਸ ਦਾ ਕੋੜ ਦੂਰ ਹੋ ਗਿਆ ਅਤੇ ਉਹ ਸ਼ੁੱਧ ਹੋ ਗਿਆ। ਉਸਨੇ ਸਖਤ ਤਾਕੀਦ ਕਰਕੇ ਉਸ ਨੂੰ ਤੁਰੰਤ ਵਿਦਾ ਕਰ ਦਿੱਤਾ ਅਤੇ ਉਸ ਨੂੰ ਕਿਹਾ, ਵੇਖ, ਕਿਸੇ ਨੂੰ ਕੁਝ ਨਹੀਂ ਦੱਸਣਾ, ਸਗੋਂ ਜਾ ਅਤੇ ਆਪਣੇ ਆਪ ਨੂੰ ਪੁਰੋਹਿਤ ਨੂੰ ਵਿਖਾ ਅਤੇ ਆਪਣੇ ਸ਼ੁੱਧ ਕੀਤੇ ਜਾਣ ਦੀ ਮੂਸਾ ਵੱਲੋਂ ਠਹਿਰਾਈ ਗਈ ਭੇਂਟ ਚੜ੍ਹਾ, ਤਾਂ ਜੋ ਲੋਕਾਂ ਲਈ ਸਬੂਤ ਹੋਵੇ। ਪਰ ਉਹ ਉੱਥੋਂ ਜਾ ਕੇ ਸਾਰਿਆਂ ਨੂੰ ਖੁੱਲ੍ਹੇਆਮ ਦੱਸਣ ਲੱਗਾ ਅਤੇ ਇਸ ਖਬਰ ਦਾ ਪ੍ਰਚਾਰ ਕਰਨ ਲੱਗਾ। ਇਸ ਕਾਰਨ ਯੀਸ਼ੂ ਕਿਸੇ ਸ਼ਹਿਰ ਵਿੱਚ ਖੁੱਲ੍ਹਮ ਖੁੱਲ੍ਹਾ ਨਾ ਜਾ ਸਕਿਆ, ਸਗੋਂ ਉਹ ਵੀਰਾਨ ਥਾਂ ਵਿੱਚ ਰਿਹਾ ਅਤੇ ਲੋਕ ਹਰ ਪਾਸਿਓਂ ਉਸ ਦੇ ਕੋਲ ਆਉਂਦੇ ਰਹੇ।